सत श्री अकाल स्टूडेंट्स, मैं रुपिंदर कौर ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਅੱਜ ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰਨੀ ਆ ਉਸ ਟੌਪਿਕ ਦਾ ਨਾਮ ਹੈ ਜੀ ਡਿਗਰੀ ਆਫ ਹਾਰਡਨੈਸ। ਸੋ ਡਿਗਰੀ ਆਫ ਹਾਰਡਨੈਸ, ਸਾਡਾ ਪਾਣੀ ਕਿੰਨਾ ਹਾਰਡ ਹੈ, ਦੈਟ ਇਜ਼ ਡਿਗਰੀ ਆਫ ਹਾਰਡਨੈਸ। ਮਤਲਬ ਸਾਡੇ ਪਾਣੀ ਨੂੰ ਦੇ ਵਿੱਚ ਕਿੰਨੇ ਹਾਰਡਨੈਸ ਕਾਜ਼ਿੰਗ ਸਬਸਟੈਂਸ ਪ੍ਰੈਜ਼ੈਂਟ ਹੈ, that is known as degree of hardness. Degree of hardness is the number of parts of hardness causing substances in term of calcium carbonate equivalents present in definite number of parts by weight of water. ਪਾਣੀ ਦੇ ਇੱਕ ਫਿਕਸ ਅਮਾਉਂਟ ਦੇ ਵਿੱਚ ਕਿੰਨੇ ਪਾਰਟ ਹਾਰਡਨੈਸ ਕਾਜ਼ ਕਰਨ ਵਾਲੇ ਸਬਸਟੈਂਸ ਪ੍ਰੈਜ਼ੈਂਟ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡਿਗਰੀ ਆਫ ਹਾਰਡਨੈਸ। ਲੇਕਿਨ ਇਹਦੇ ਵਿੱਚ ਅਸੀਂ ਇੱਕ ਵਰਡ ਯੂਜ਼ ਕੀਤਾ ਹੈ ਕੈਲਸ਼ੀਅਮ ਕਾਰਬੋਨੇਟ ਇਕੁਇਵਲੈਂਟਸ। ਮਤਲਬ ਜਿਹੜੇ ਵੀ ਚੀਜ਼ਾਂ ਪਾਣੀ ਨੂੰ ਹਾਰਡਨੈਸ ਕਾਜ਼ ਕਰ ਰਹੀਆਂ ਹੈ, ਅਸੀਂ ਉਹਨੂੰ ਕਾਹਦੇ ਵਿੱਚ ਕਨਵਰਟ ਕਰ ਲੈਣਾ ਹੈ, ਕੈਲਸ਼ੀਅਮ ਕਾਰਬੋਨੇਟ ਦੇ ਵਿੱਚ। ਮਤਲਬ ਉਸ ਹਾਰਡਨੈਸ ਕਾਜ਼ਿੰਗ ਸਬਸਟੈਂਸਿਸ ਨੂੰ ਕਿਹਦੇ ਇਕੁਇਵਲੈਂਟ ਕਰ ਲੈਣਾ, ਕੈਲਸ਼ੀਅਮ ਕਾਰਬੋਨੇਟ ਦੇ ਇਕੁਇਵਲੈਂਟ। ਸੋ ਇਹ ਕਾਫੀ ਲੰਬਾ ਚੌੜਾ ਪ੍ਰੋਸੈਸ ਹੈ, ਬਾਅਦ ਦੇ ਵਿੱਚ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ। ਪਹਿਲਾਂ ਤਾਂ ਆਪਾਂ ਇਸ ਗੱਲ ਬਾਰੇ ਡਿਸਕਸ਼ਨ ਕਰਦੇ ਹਾਂ ਕਿ ਅਸੀਂ ਕੈਲਸ਼ੀਅਮ ਕਾਰਬੋਨੇਟ ਨੂੰ ਹੀ ਰੈਫਰੈਂਸ ਕਿਉਂ ਲਿੱਤਾ, ਇੱਥੇ ਕੋਈ ਹੋਰ ਸਾਲਟ ਕਿਉਂ ਨਹੀਂ ਲਿੱਤਾ। ਪਹਿਲੀ ਸਿੰਪਲ ਗੱਲ ਇਹ ਮੁੱਕਦੀ ਹੈ ਕਿ ਜਦੋਂ ਅਸੀਂ ਪਾਣੀ ਦੀ ਹਾਰਡਨੈਸ ਕੱਢਦੇ ਹਾਂ, ਇਹਦੇ ਵਾਸਤੇ ਸਾਨੂੰ ਕੁਝ ਕੈਲਕੂਲੇਸ਼ਨ ਕਰਨੀਆਂ ਪੈਂਦੀਆਂ, ਰਾਈਟ। ਸੋ ਹਰ ਇੱਕ ਸਾਲਟ ਦਾ ਗ੍ਰਾਮ ਮੋਲੀਕੂਲਰ ਮਾਸ ਡਿਫਰੈਂਟ ਹੈ ਔਰ ਉਹਦੀ ਡਿਫਰੈਂਟ ਕੁਆਂਟੀਟੀ ਪ੍ਰੈਜ਼ੈਂਟ ਹੋਊਗੀ। ਉਹ ਕਹਿੰਦੇ ਚਾਹੇ ਪਾਣੀ ਦੀ ਹਾਰਡਨੈਸ ਜਿਹੜਾ ਮਰਜ਼ੀ ਸਾਲਟ ਕਰੇ, ਤੁਸੀਂ ਉਹਨਾਂ ਸਾਰੇ ਸਾਲਟਸ ਨੂੰ ਕੈਲਸ਼ੀਅਮ ਕਾਰਬੋਨੇਟ ਦੇ ਇਕੁਇਵਲੈਂਟ ਕਰ ਲੈਣਾ। ਔਰ ਵਜ੍ਹਾ ਕੀ ਹੈ ਕੈਲਸ਼ੀਅਮ ਕਾਰਬੋਨੇਟ ਦੇ ਇਕੁਇਵਲੈਂਟ ਕਰਨ ਦੀ? ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਕੈਲਸ਼ੀਅਮ ਕਾਰਬੋਨੇਟ ਹੈ ਉਹਦਾ ਗ੍ਰਾਮ ਮੋਲੀਕੂਲਰ ਮਾਸ 100 ਗ੍ਰਾਮ ਹੈ, ਤੇ ਜਦੋਂ ਅਸੀਂ ਕੈਲਕੂਲੇਸ਼ਨਸ ਕਰਨੀ ਹੈ ਤਾਂ ਇਸ 100 ਡਿਜਿਟ ਦੇ ਨਾਲ ਕੈਲਕੂਲੇਸ਼ਨ ਕਾਫੀ ਜ਼ਿਆਦਾ ਈਜ਼ੀ ਹੋ ਜਾਂਦੀ ਆ। ਔਰ ਜੇ ਅਸੀਂ ਇਹਦੀ ਇਕੁਇਵਲੈਂਟ ਮਾਸ ਦੀ ਵੀ ਗੱਲ ਕਰੀਏ ਉਹ 50 ਆ, ਤਾਂ ਵੈਸੇ ਵੀ ਇਹਨਾਂ ਦੋਨਾਂ ਡਿਜਿਟਸ ਨੂੰ ਯਾਦ ਰੱਖਣਾ ਬਹੁਤ ਸੌਖਾ ਹੈ। ਇਸ ਕਰਕੇ ਅਸੀਂ ਜਿਹੜਾ ਵੀ ਸਾਲਟ ਪਾਣੀ ਦੀ ਹਾਰਡਨੈਸ ਕਾਜ਼ ਕਰਦਾ ਹੈ, ਉਹਨੂੰ ਅਸੀਂ ਕੈਲਸ਼ੀਅਮ ਕਾਰਬੋਨੇਟ ਦੇ ਇਕੁਇਵਲੈਂਟ ਲੈ ਲੈਂਦੇ ਹਾਂ। ਸੋ ਡਿਗਰੀ ਆਫ ਹਾਰਡਨੈਸ ਇਨ ਟਰਮ ਆਫ ਕੈਲਸ਼ੀਅਮ ਕਾਰਬੋਨੇਟ। ਕਿਉਂ ਅਸੀਂ ਕੈਲਸ਼ੀਅਮ ਕਾਰਬੋਨੇਟ ਨੂੰ ਰੈਫਰੈਂਸ ਲਿੱਤਾ? ਟੂ ਮੇਜਰ ਦ ਸਟਰੈਂਥ ਆਫ ਹਾਰਡਨੈਸ ਕਾਜ਼ਿੰਗ ਸਬਸਟੈਂਸਿਸ, it is must to select a reference standard and it is generally expressed in terms of calcium carbonate equivalent hardness. Calcium carbonate does not cause any type of hardness in the water, but it is taken as reference standard because it is a most insoluble salt and that cannot be precipitated in water treatment. So ਜਿਹੜਾ calcium carbonate ਹੈ ਕਾਫੀ ਜ਼ਿਆਦਾ insoluble salt ਹੈ, it is most insoluble salt and that cannot be precipitated in water treatment। और ਜਿਹੜਾ कि water treatment ਦੇ ਦੌਰਾਨ precipitation ਇਹਦੀ ਨਹੀਂ ਹੁੰਦੀ। there is ease in calculation as its molecular mass is 100 and equivalent mass is 50। ਆ ਦੋ ਕਾਰਨ ਹੀ ਆਪਾਂ ਦੱਸਣੇ ਆ ਕਾਹਦੇ ਲਈ ਅਸੀਂ ਕੈਲਸ਼ੀਅਮ ਕਾਰਬੋਨੇਟ ਨੂੰ ਸਟੈਂਡਰਡ ਮੰਨਿਆ। ਪਹਿਲਾਂ ਤਾਂ ਇਹ ਵਾਟਰ ਇਨਸੋਲੂਬਲ ਸਾਲਟ ਹੈ, ਰਾਈਟ। ਦੂਸਰੀ ਕੀ ਹੈ ਕਿ ਇਹਦਾ ਮੋਲੀਕੂਲਰ ਮਾਸ 100 ਹੈ ਤੇ ਇਕੁਇਵਲੈਂਟ ਮਾਸ 50 ਹੈ, ਜਿਨ੍ਹਾਂ ਨੂੰ ਅਸੀਂ ਈਜ਼ੀਲੀ ਰਿਮੈਂਬਰ ਕਰ ਸਕਦੇ ਹਾਂ। ਸੋ ਇਸ ਕਰਕੇ ਅਸੀਂ ਕੈਲਸ਼ੀਅਮ ਕਾਰਬੋਨੇਟ ਸਾਲਟ ਨੂੰ ਸਟੈਂਡਰਡ ਮੰਨ ਕੇ ਚੱਲਦੇ ਹਾਂ ਕਿਸੇ ਵੀ ਸਬਸਟੈਂਸ ਦੀ ਹਾਰਡਨੈਸ ਨੂੰ ਕੈਲਕੂਲੇਟ ਕਰਨ ਵਾਸਤੇ, ਰਾਈਟ। ਹੁਣ ਆ ਗਈਆਂ ਯੂਨਿਟਸ ਆਫ ਹਾਰਡਨੈਸ। ਪਾਣੀ ਦੀ ਹਾਰਡਨੈਸ ਕਿਹੜੀਆਂ ਯੂਨਿਟਸ ਨੂੰ ਯੂਜ਼ ਕਰਕੇ ਅਸੀਂ ਕੱਢ ਸਕਦੇ ਹਾਂ? ਫਸਟ ਹੈਗੀ ਪਾਰਟਸ ਪਰ ਮਿਲੀਅਨ, ppm। So what is first unit? ppm, parts per million। दूसरी आ गई साढ़े को डिग्री क्लार्क, और तीसरी यूनिट साढ़े को हैगी है जी फ्रेंच डिग्री, और चौथी यूनिट हैगी है मिलीग्राम पर लीटर। सो एक काफ़ी ज़्यादा इंपॉर्टेंट क्वेश्चन है
यूनिट्स ऑफ हार्डनेस जिन्हों कि असी चंगे तरीके नाल डिस्कस करना है। सारे नाल पहला आपां हर एक यूनिट दी डेफिनेशन बारे डिस्कशन करांगे और इस तो बाद एक यूनिट नूं दूसरी यूनिट दे विच किस तरीके नाल कन्वर्ट करना है असी उहदे बारे डिस्कस करांगे। राइट, सो स्टूडेंट्स सारे नाल पहला जिहड़ी चीज़ आपां डिस्कस करनी आ, पहली यूनिट किहड़ी है? पीपीएम, पार्ट्स पर मिलियन। व्हाट इज द नेम ऑफ दैट यूनिट? पीपीएम। ppm, parts per million, ppm. So how you will define it? So what is ppm? This is the it is the number of parts, it is the number of parts of hardness causing substances present in per million parts of water. So how you will define it? It is the number of parts of hardness causing substances present in per million parts of water. Number of parts of hardness causing substances present in million parts of वाटर। 1 मिलियन पार्ट वाटर दे विच किन्ने पार्ट हार्डनेस काजिंग सबसटेंस प्रेजेंट है तो अदा असी यूनिट की लवांगे? पार्ट्स पर मिलियन। राइट, मिलियन पार्ट 10 रेज टू पावर 6 पार्ट्स। राइट, मान लो जे पानी दी हार्डनेस असी लैने आ 200 ppm। 200 ppm mean to say 200 parts of hardness causing substances are present in 10 raised to power 6 parts of water. Right, 200 ppm ਦਾ मतलब की होया कि साढ़े कोल 200 पार्ट हार्डनेस काजिंग सबसटेंस प्रेजेंट है 10 रेज टू पावर 6 पार्ट्स वाटर दे विच। राइट, तद असी यूनिट की यूज करनी आ? पार्ट्स पर मिलियन, पीपीएम। राइट, अगे आ गया अगलियां यूनिट्स केड़ियां जी साढ़े कोल? डिग्री क्लार्क। डिग्री क्लार्क हाउ यू विल डिफाइन इट? दैट इज सेम तरीके दे नाल नंबर ऑफ पार्ट्स ऑफ हार्डनेस काजिंग सबसटेंसेस प्रेजेंट इन, जिथे तुसी इत्थे मिलियन वर्ड लिखिया, मिलियन पार्ट्स, उत्थे असी की लिखना है? सो दैट इज 70,000 parts of water. Right, so how will you will define Clark degree? That is Clark's degree, that is number of parts of hardness causing substances present in 70,000 parts of water. मान लो राजे साढ़े कोल वाटर की हार्डनेस जी दी है 65 क्लार्क, 65 डिग्री क्लार्क। What does this mean? This mean to say 65 parts of hardness causing substances are present in 70,000 parts of water. So this is the ratio of water and this is the ratio of hardness causing substances. Right? जे मतलब पानी की क्वांटिटी 70,000 पार्ट्स लिती होवे फिर असी डिग्री केड़िया यूनिट केड़िया यूज करनी है? डिग्री क्लार्क। और जे असी पानी की रेशो 10 रेज टू पावर 6 पार्ट्स लेती होवे फिर असी केड़िया यूनिट यूज करनी है? पीपीएम, पार्ट्स पर मिलियन। राइट, इस तो बाद डिग्री क्लार्क तो बाद साढ़े कोल अगलियां यूनिट जड़ियां आ जांदियां, दैट इज फ्रेंच डिग्री। डिग्री फ्रेंच भी कहते हैं फ्रेंच डिग्री। So it is the number of parts of hardness causing substances present in 10 raised to power 5 parts of water. Right? So 10 raised to power 5 parts of water. इत्थे डिग्री फ्रेंच दे विच असी किस तरीके दे नाल डिस्कस करना है? डिग्री फ्रेंच,
right? So how you will define it? Number of parts of hardness causing substances present in 10 raised to power 5 parts of water, right? For example, ਜੇ ਸਾਡੇ ਕੋਲ ਵਾਟਰ ਦੀ ਹਾਰਡਨੈਸ 10 ਡਿਗਰੀ ਫ੍ਰੈਂਚ ਹੈ, 70 ਡਿਗਰੀ ਫ੍ਰੈਂਚ ਹੈ, 70 degree French mean to say 70 parts of hardness causing substances are present in 10 raised to power 5 parts of water, right? Water कितना लेता सी 10 raised to power 5 part और hardness causing substances किन्ने आ 70 ਤਾਂ ਇਹਦੀਆਂ ਜਿਹੜੀਆਂ ਯੂਨਿਟ ਕੀ ਹੋਣਗੀਆਂ डिग्री फ्रेंच, मतलब पानी की रेशो जे 10 रेस टू पावर 5 यूज़ करनी है तो असी डिग्री फ्रेंच यूज़ करांगे और जे वाटर की रेशो असी यूज़ करनी है 10 रेस टू पावर 6 फिर असी इत्थे यूनिट की लगावांगे ppm, इत्थे डिग्री फ्रेंच। और जे असी वाटर की रेशो रखते हैं साढ़े को 70,000 पार्ट्स फिर असी यूनिट किहड़ियां यूज़ करांगे दैट इज़ डिग्री क्लार्क, right? So this is the basic difference between these unit, that is number of parts per million part, number of parts per 10 raised to power 5 parts, number of parts per 70,000 parts, right? ਤਾਂ ਇੱਥੇ ਅਸੀਂ ਯੂਨਿਟ ਡਿਗਰੀ ਕਲਾਰਕ ਜੇ 10 raised to power million part लेते हैं ppm, ਜੇ ਅਸੀਂ 10 raised to power 5 parts लेते हैं ਤਾਂ डिग्री फ्रेंच यूनिट यूज़ करनी है, right? सो एक यूनिट राजे साडे कोल एक चीज़ नूं असीं होर प्रूव करना है, prove 1 milligram per liter is equal to 1 ppm। 1 milligram per liter 1 ppm ਦੇ ਬਰਾਬਰ ਹੈ, ਇਹਨੂੰ ਅਸੀਂ prove करना है। how you will prove it? so how you will prove it? जिस तरह राजे साढ़े कोल की है असी लिखते हैं 1 मिलीग्राम पर लीटर। मान लो साढ़े कोल 1 मिलीग्राम हार्डनेस काजिंग सबसटेंस प्रेजेंट है कादे च 1 लीटर पानी दे विच, राइट? सो दैट इज यू मे राइट हेयर। हुण 1 पार्ट इहदा ले लिया असी, ये हार्डनेस काजिंग सबसटेंस है, राइट? और वाटर कितना लेना असी 1 लीटर, राइट? या 1 मिलीग्राम, ये हार्डनेस काजिंग सबसटेंस है। वाटर कितना लेना असी 1 लीटर। हुण असी इत्थे लीटर नूं वेट दे विच कन्वर्ट करना, क्योंकि ये भी साडे कोल वेट है, लीटर नूं असी वेट दे विच कन्वर्ट करना। किद्दां करांगे? 1 लीटर जिहड़ा है किसी भी सबसटेंस का 1 लीटर जिहड़ा है इट इज़ इक्वल टू 1 लीटर ऑफ वाटर, 1 लीटर वाटर इज इक्वल टू 1 किलोग्राम ऑफ वाटर, that may be equal to 1000 gram of water and that may be equal to 1000 into 1000 milligram of water, right? so जे असी इनू सिंपलीफाई कर दिए कि आ जाऊगा 10 raised to power 6 milligram of water, right? so इत्थे जिथे लीटर लिखा होया असी 1 मिलीग्राम पर लीटर, दैट इज 1 मिलीग्राम ये हार्डनेस काजिंग सबसटेंस है, 1 लीटर कि बराबर आ गया 10 रेज टू पावर 6 मिलीग्राम ऑफ वाटर, राइट? हुण मिलीग्राम कैंसल कर देने, दैट इज 1 पार्ट आ की है 10 रेज टू पावर 6 पार्ट्स। किसी भी सबसटेंस का एक पार्ट 10 रेज टू पावर 6 पार्ट दे विच होवे, हेयर यू कैन राइट दैट इज 1 पार्ट पर मिलियन पार्ट, 1 part per million part. So this is equal to 1 ppm. 1 part per million part. So this is equal to 1 ppm. So we have proved that 1 milligram per liter की दे बराबर हुंदा 1 ppm दे बराबर हुंदा, right?
ਸੋ ਮਿਲੀਗ੍ਰਾਮ ਪਰ ਲੀਟਰ ਦੇ ਵਿੱਚ ਲੀਟਰ ਦੀ ਯੂਨਿਟ ਅਸੀਂ ਚੇਂਜ ਕਰਨੀ ਆ ਤਾਂ ਇਹ ਕਿਹਦੇ ਬਰਾਬਰ ਆ ਜਾਂਦੀਆਂ ਸੀਗੀਆਂ 10 ਰੇਜ਼ ਟੂ ਪਾਵਰ 6 ਮਿਲੀਗ੍ਰਾਮ ਆਫ ਵਾਟਰ ਦੇ ਬਰਾਬਰ। ਸੋ 1 ppm 1 ਮਿਲੀਗ੍ਰਾਮ ਪਰ ਲੀਟਰ ਦੇ ਬਰਾਬਰ ਹੁੰਦਾ ਹੈ। ਇੱਕ ਰਾਜੇ ਤੁਹਾਡੇ ਪੇਪਰ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਜ਼ਰੂਰ ਆਉਂਦਾ ਹੁੰਦਾ ਹੈ, ਰਿਲੇਸ਼ਨਸ਼ਿਪ ਬਿਟਵੀਨ ਡਿਫਰੈਂਟ ਡਿਗਰੀ ਆਫ ਹਾਰਡਨੈਸ। ਅਸੀਂ ਅਲੱਗ-ਅਲੱਗ ਹਾਰਡਨੈਸ ਦੀਆਂ ਯੂਨਿਟ ਨੂੰ ਇੱਕ ਦੂਜੇ 'ਚ ਕਿਸ ਤਰੀਕੇ ਨਾਲ ਕਨਵਰਟ ਕਰ ਸਕਦੇ ਹਾਂ। ਇਹ ਸਿੰਪਲ ਜਿਹਾ ਇੱਕ ਟੈਕਨੀਕ ਦਿੱਤੀ ਹੋਈ ਆ, ਉਹ ਟੈਕਨੀਕ ਮੈਂ ਤੁਹਾਨੂੰ ਸਮਝਾ ਦਿੰਨੀ ਹੈ ਕਿਸ ਤਰੀਕੇ ਦੇ ਨਾਲ ਅਸੀਂ ਇੱਕ ਹਾਰਡਨੈਸ ਦੀਆਂ ਯੂਨਿਟ ਨੂੰ ਦੂਸਰੀਆਂ ਹਾਰਡਨੈਸ ਦੀਆਂ ਯੂਨਿਟਸ ਦੇ ਵਿੱਚ ਕਨਵਰਟ ਕਰਨਾ ਹੈ। ਹਾਊ ਯੂ ਕੈਨ ਡੂ ਦਿਸ। ਸੋ ਸਾਡੇ ਕੋਲ 1 ppm ਕਿਹਦੇ ਬਰਾਬਰ ਹੈ। ਸੋ ਵਟ ਇਜ਼ 1 ppm? 1 ppm that is 1 part per million part, 1 part per million part। million मतलब 10 raised to power 6 parts। ठीक है, फिर आ गया साढ़े कोल 1 degree Clark। एक किहदे बराबर है? It is 1 part पर 70,000 पार्ट्स के बराबर है। 1 डिग्री फ्रेंच किहदे बराबर है? इट इज इक्वल टू 1 पार्ट पर 10 रेज टू पावर 5 पार्ट्स के बराबर है। दिस इज 1 डिग्री फ्रेंच। इसी तरह साढ़े कोल मिलीग्राम पर लीटर 1 मिलीग्राम पर लीटर ये भी किहदे बराबर है? असीं प्रूव किया सी किहदे बराबर है? 1 पार्ट पर मिलियन पार्ट। राइट। हुण राजे असी इन्हां सारियां यूनिट्स दे विच रिलेशनशिप क्रिएट करना है। सो इस दे विच असी जिहड़ी डिजिट दे विच सारे नालों घट जीरो उन्ने जीरो सारियां च कैंसल कर दिए। इहदे च 4, इहदे च 4, इहदे च 4, ਇਹਦੇ 'ਚ 4। ਰਾਈਟ। ਸਾਡੇ ਕੋਲ ਇੱਕ ਕਾਮਨ ਜਿਹਾ ਰਿਲੇਸ਼ਨਸ਼ਿਪ ਬਣ ਜਾਂਦਾ ਦੈਟ ਇਜ਼ 100 ppm ਇਜ਼ ਇਕੁਅਲ ਟੂ 100 ਮਿਲੀਗ੍ਰਾਮ ਪਰ ਲੀਟਰ ਇਜ਼ ਇਕੁਅਲ ਟੂ 7 ਡਿਗਰੀ ਕਲਾਰਕ ਇਜ਼ ਇਕੁਅਲ ਟੂ 10 ਡਿਗਰੀ ਫ੍ਰੈਂਚ। सो दिस इज़ द रिलेशनशिप जिन्हों यूज़ करके असी एक हार्डनैस दियां यूनिट नूं दूसरियां हार्डनैस दियां यूनिट दे विच चेंज कर सकते हैं। सो ये वाला क्वेश्चन कई बार ट्रू फाल्स की फॉर्म दे विच भी आंदा है और कई बार साडे कोल नॉर्मली ये न्यूमैरिकल्स दे विच यूज़ हुंदी है ज़्यादा और कई बार ये रिलेशनशिप ऐदा लिखिया हुंदा और सम टाइम इस रिलेशनशिप नूं ऐदा भी लिखिया हुंदा। तुसीं 10 दे नाल डिवाइड कर दो सारी इक्वेशन नूं तां साडे कोल आ जाऊगा 10 ppm is equal to 10 milligram per liter is equal to 0.7 degree Clark is equal to 1 degree French। सो ये भी सेम ही रिलेशन है। इत्थे असीं कॉमनली इहनूं काहदे नाल डिवाइड कर दिता 10 दे नाल। जे तुसीं इहनूं 100 दे नाल डिवाइड कर दोगे साडे कोल रिलेशनशिप की आ जाऊगा जी। सो यू मे राइट हेयर 1 ppm is equal to 1 milligram per liter is equal to 0.07 degree Clark is equal to 0. That is 1 degree French। राइट। सो जे असीं इहनूं 100 नाल डिवाइड करते हैं ये भी रिलेशनशिप कई बार आ जाता। नॉर्मली ये ट्रू फॉल्स की फॉर्म दे विच पूछ लेंदे आ। अदरवाइज इस आ जिहड़े रिलेशन है इहनूं असीं पानी की हार्डनैस नूं कैलकुलेट करन वास्ते जरूर यूज़ करते हैं। सो दिस इज़ ऑल अबाउट द डिफरेंट यूनिट्स ऑफ हार्डनैस दैट इज़ डिग्री ऑफ हार्डनैस इन टर्म ऑफ कैल्शियम कार्बोनेट और डिग्री ऑफ हार्डनैस और इनू मैयर करन दियां अलग अलग यूनिट बारे असीं डिस्कस कीतियां। कितनियां यूनिट है? 4 यूनिट, पार्ट्स पर मिलियन, डिग्री क्लार्क, डिग्री फ्रेंच एंड मिलीग्राम पर लीटर। फिर असीं ये प्रूव करना सीगा कि 1 मिलीग्राम पर लीटर 1 ppm के बराबर हुंदा। इनू तुसीं प्रूव करो और रिलेशनशिप बिटवीन डिफरेंट यूनिट्स ऑफ हार्डनैस जिहदे नाल असीं एक यूनिट्स ऑफ हार्डनैस नू दूसरी यूनिट्स ऑफ हार्डनैस दे विच कन्वर्ट कर सकते हैं। थैंक यू स्टूडेंट्स।